ਲੜੀਵਾਰ ਕਥਾ ਰਾਗ ਸੂਹੀ ਦੇ ਛੰਤ ਆਪ ਜੀ ਸਰਵਣ ਕਰ ਰਹੇ ਹੋ। ਅੰਮ੍ਰਿਤ ਬਾਣੀ ਲਾਵਾਂ ਦੀ ਪਾਵਨ ਬਾਣੀ ਦੀ ਵਿਚਾਰ ਸੰਪੰਨ ਹੋਈ ਹੈ। ਅੱਗੇ ਪਾਵਨ ਸ਼ਬਦ ਪ੍ਰਾਰੰਭ ਹੋ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਸ਼ੰਤ ਮਹਲਾ ਚੌਥਾ ਘਰ ਦੂਜਾ। ਇੱਕ ਅਦੁੱਤੀ ਪ੍ਰਮਾਤਮਾ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ। ਇੱਥੇ ਮੰਗਲ ਪਹਿਲਾਂ ਆਇਆ ਉੱਪਰ। ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਦੂਜਾ, ਇਹ ਸਰਲੇਖ ਬਾਅਦ ਵਿੱਚ ਆਇਆ। ਜ਼ਿਆਦਾ ਤੌਰ ਤੇ ਪਹਿਲਾਂ ਸਰਲੇਖ ਆਉਂਦਾ ਤੇ ਬਾਅਦ ਵਿੱਚ ਮੰਗਲ ਆਉਂਦਾ। ਕਈ ਥਾਵਾਂ ਤੇ ਪਹਿਲਾਂ ਮੰਗਲ ਆਉਂਦਾ, ਬਾਅਦ ਵਿੱਚ ਸਰਲੇਖ ਆਉਂਦਾ। ਕੁਝ ਦਹਾਕੇ ਪਹਿਲਾਂ ਕੁਝ ਸ਼ਰਾਰਤੀ ਬਿਰਤੀ ਵਾਲਿਆਂ ਨੇ ਯਤਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕੀਤੀ ਜਾਏ। ਉਹ ਛੇੜਛਾੜ ਇਹ ਕਹਿ ਕੇ ਮੁੱਦਾ ਕਰਨਾ ਚਾਹੁੰਦੇ ਸੀ ਵੀ ਇੱਕ ਵਾਰੀ ਸ਼ੁਰੂ ਹੋ ਜਾਏਗੀ, ਅੱਗੇ ਫਿਰ ਜਿਵੇਂ ਮਰਜ਼ੀ ਮਨ ਮਰਜ਼ੀਆਂ ਕਰਾਂਗੇ ਤੇ ਜਿਹੜੀ ਮਰਜ਼ੀ ਬਾਣੀ ਕੱਢ ਦਿਆਂਗੇ, ਜਿਹੜੀ ਮਰਜ਼ੀ ਰੱਖ ਲਾਂਗੇ। ਉਹਨਾਂ ਇਹ ਮੁੱਦਾ ਉਠਾਇਆ ਕਿ ਜਿਹੜੇ ਮੰਗਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਜਿਵੇਂ ਅੱਜ ਦੇ ਸ਼ਬਦ ਵਿੱਚ ਪਹਿਲਾਂ ਆਇਆ ਨਾ ਮੰਗਲ, ਕਹਿੰਦੇ ਸਾਰੇ ਮੰਗਲ ਪਹਿਲਾਂ ਕਰ ਦਿੱਤੇ ਜਾਣ ਤੇ ਸਰਲੇਖ ਬਾਅਦ ਵਿੱਚ ਕਰ ਦਿੱਤੇ ਜਾਣ। ਇਹ ਮੁੱਦਾ ਉੱਠਿਆ ਸੀ। ਪਰ ਉਸ ਵੇਲੇ ਜਿਤਨੇ ਮਹਾਂਪੁਰਸ਼ ਮਹਾਤਮਾ ਸਨ, ਸਮੁੱਚੇ ਪੰਥ ਨੇ ਇਕਜੁੱਟ ਹੋ ਕੇ ਇਸ ਗੱਲ ਦਾ ਵਿਰੋਧ ਕੀਤਾ ਕਿ ਐਸਾ ਨਹੀਂ ਹੋਣਾ ਚਾਹੀਦਾ। ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਤੀਬ ਰੱਖੀ ਹੈ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਰੱਖੀ ਹੈ, ਉਹ ਇਨ ਬਿਨ ਜਿਉਂ ਕੀ ਤਿਉਂ ਰਹੇਗੀ। ਉਹਦੇ ਵਿੱਚ ਕਿਸੇ ਨੂੰ ਤਬਦੀਲੀ ਕਰਨ ਦਾ, ਬਦਲਣ ਦਾ ਹੱਕ ਨਹੀਂ। ਉਹਰੇ ਬੜਾ ਯੋਗ ਫੈਸਲਾ ਸਾਡੇ ਸਾਰੇ ਬਜ਼ੁਰਗਾਂ ਨੇ ਉਸ ਵੇਲੇ ਕੀਤਾ। ਨਹੀਂ ਤਾਂ ਜਿਵੇਂ ਜਿਵੇਂ ਬਿਰਤੀਆਂ ਲੋਕਾਂ 'ਚ ਉੱਠ ਰਹੀਆਂ ਸਨ, ਕੋਈ ਕਹਿੰਦਾ ਸੀ ਰਾਗਮਾਲਾ ਵੱਖਰੀ ਕਰ ਦਿਓ ਗੁਰੂ ਗ੍ਰੰਥ ਸਾਹਿਬ 'ਚੋਂ, ਕੋਈ ਕਹਿੰਦਾ ਸੀ ਪੱਟਾਂ ਦੇ ਸਵਈਏ ਵੱਖਰੇ ਕੱਢ ਦਿਓ। ਇਹ ਬਿਰਤੀਆਂ ਪੈਦਾ ਹੋਣ ਲੱਗ ਪਈਆਂ ਸੀ। ਕਿਸੇ ਵੀ ਧਰਮ ਨੂੰ ਤੁਸੀਂ ਸਮਾਪਤ ਕਰਨਾ ਹੋਵੇ, ਉਹਦੇ ਧਰਮ ਗ੍ਰੰਥਾਂ ਦੇ ਵਿੱਚ ਵਿਵਾਦ ਪੈਦਾ ਕਰ ਦਿਓ ਕਿ ਜਦੋਂ ਆਪਣੇ ਧਰਮ ਗ੍ਰੰਥਾਂ ਦੇ ਉੱਤੇ ਨਿਸ਼ਚਾ ਹੀ ਨਾ ਰੱਖ ਸਕਣਗੇ, ਉਹਨਾਂ ਵਿੱਚ ਡਾਵਾਡੋਲਤਾ ਦੀ ਬਿਰਤੀ ਹੋਵੇਗੀ ਤੇ ਆਪੇ ਸਹਿਜੇ ਸਹਿਜੇ ਉਹ ਧਰਮ ਸਮਾਪਤ ਹੋ ਜਾਂਦੇ। ਇਹ ਨੀਤੀਆਂ ਹੁੰਦੀਆਂ। ਖੈਰ, ਦੱਸਣਾ ਯੋਗ ਸਮਝਿਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਥੇ ਮੰਗਲ ਪਹਿਲਾਂ ਆ ਰਿਹਾ ਹੈ। ਇੱਕ ਅਦੁੱਤੀ ਪ੍ਰਮਾਤਮਾ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤ ਦੇ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤਿਸ ਦੀ ਪ੍ਰਾਪਤੀ ਹੁੰਦੀ ਹੈ। ਰਾਗ ਸੂਹੀ ਹੈ ਛੰਤ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ। ਔਰ ਘਰ ਦੂਜੇ ਵਿੱਚ ਇਹਨਾਂ ਛੰਤਾਂ ਨੂੰ ਗਾਇਨ ਕਰਨ ਦਾ ਹੁਕਮ ਹੈ। ਗੁਰਮੁਖ ਹਰ ਗੁਣ ਗਾਏ। ਗੁਰਮੁਖ ਹਰੀ ਦੇ ਗੁਣ ਗਾਇਨ ਕਰਦੇ। ਜਿਹੜੇ ਗੁਰਮੁਖ ਨੇ ਉਹ ਹਰੀ ਦੇ ਗੁਣ ਗਾਉਂਦੇ ਆ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਜਿਹੜੇ ਗੁਰਮੁਖ ਨੇ ਉਹ ਕੀਰਤਨ ਕਰਦੇ ਆ ਪਰਮੇਸ਼ਰ ਦੀ ਸਿਫਤ ਦਾ, ਅਕਾਲ ਪੁਰਖ ਦੇ ਹਰੀ ਦੇ ਗੁਣਾਂ ਨੂੰ ਗਾਇਨ ਕਰਦੇ ਹਨ। ਹਿਰਦੈ ਰਸਨ ਰਸਾਏ। ਉਹ ਆਪਣੇ ਹਿਰਦੇ ਵਿੱਚ ਵੀ ਨਾਮ ਨੂੰ ਵਸਾਉਂਦੇ ਆ ਤੇ ਰਸਨਾ ਨਾਲ ਵੀ ਰਸ ਲੈਂਦੇ ਆ। ਰਸਨਾ ਨਾਲ ਵੀ ਵਾਹਿਗੁਰੂ 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 ਕਹਿ ਕੇ ਦਾ ਰਸ ਮਾਣਦੇ ਨੇ।
ਪਰ ਹਿਰਦੇ ਵਿੱਚ ਵੀ ਇਸੇ ਅੰਮ੍ਰਿਤ ਨਾਮ ਦੇ ਰਸ ਨੂੰ ਮਾਣਦੇ ਨੇ। ਹਾਂਜੀ, ਹਰ ਰਸਨ ਰਸਾਏ ਮੇਰੇ ਪ੍ਰਭ ਪਾਏ, ਮਿਲਿਆ ਸਹਿਜ ਸੁਪਾਏ। ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਆਪਣੀ ਰਸਨਾ ਦੇ ਨਾਲ ਜਪਦਿਆਂ ਔਰ ਰਸ ਦੇ ਵਿੱਚ ਰਸਾਏ ਰਸ ਜਾਂਦੇ, ਤਦਾਕਾਰ ਹੋ ਜਾਂਦੇ ਔਰ ਮੇਰੇ ਪ੍ਰਭੂ ਨੂੰ ਪਾ ਜਾਂਦੇ ਆ। ਜਿਹੜੇ ਰਸਨਾ ਦੇ ਨਾਲ ਵਾਹਿਗੁਰੂ 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 ਕਹਿੰਦੇ ਇਸ ਰਸ ਵਿੱਚ ਤਦਾਕਾਰ ਹੋ ਗਏ, ਮਿਲ ਗਏ, ਉਹ ਮੇਰੇ ਪ੍ਰਭੂ ਨੂੰ ਭਾਏ। ਮਿਲਿਆ ਸਹਿਜ ਸੁਭਾਏ, ਸੁਤੇ ਸਿੱਧ, ਉਹ ਵਾਹਿਗੁਰੂ ਪਰਮੇਸ਼ਰ ਵਿੱਚ ਮਿਲ ਕੇ ਸ਼ੋਭਨੀਕ ਹੋ ਗਏ। ਅਨ ਦਿਨ ਭੋਗ ਭੋਗੇ ਸੁਖ ਸੋਵੈ, ਸ਼ਬਦ ਰਹਿ ਲਿਵ ਲਾਏ। ਕਹਿੰਦੇ ਜਿਹੜੇ ਇਹੋ ਜਿਹੇ ਰੱਬ ਦੇ ਪਿਆਰੇ ਗੁਰਮੁਖ ਨੇ, ਅਨ ਦਿਨ ਭੋਗ ਭੋਗੇ, ਐਸਾ ਨਹੀਂ ਵੀ ਉਹ ਸੰਸਾਰ ਦੀਆਂ ਰੀਤੀਆਂ ਤੋਂ ਭੱਜ ਜਾਂਦੇ। ਇਹ ਗੁਰਮੁਖ ਜਿਹੜੇ ਨੇ ਸਭ ਕੁਝ ਛੱਡ ਛਡਾ ਕੇ ਰੱਬ ਰੱਬ ਕਰਨ ਲੱਗ ਪੈਂਦੇ ਆ। ਕਹਿੰਦੇ ਗੁਰਮੁਖ ਗ੍ਰਸਤੀ ਵੀ ਨੇ, ਗੁਰਮੁਖ ਖਾਣਾ ਵੀ ਖਾਂਦੇ ਆ, ਗੁਰਮੁਖ ਪਹਿਰਦੇ ਵੀ ਆ, ਗੁਰਮੁਖ ਕਿਰਤ ਬਿਰਤ ਵੀ ਕਰਦੇ ਆ। ਅਨ ਦਿਨ ਭੋਗ ਭੋਗੇ, ਐਸਾ ਨਹੀਂ ਉਹ ਆਮ ਦੁਨੀਆ ਦੇ ਲੋਕਾਂ ਵਾਂਗੂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ। ਭੋਗ ਭੋਗੇ ਦਾ ਮਤਲਬ ਹੈ ਵੀ ਭੋਜਨ ਵੀ ਖਾਂਦੇ ਆ। ਇਹ ਨਹੀਂ ਹੈ ਵੀ ਜਿਹੜੇ ਗੁਰਮੁਖ ਨੇ ਉਹ ਭੋਜਨ ਨਹੀਂ ਖਾਂਦੇ। ਇੱਕ ਮਹਾਤਮਾ ਕਿਤੇ ਜੂਸ ਪੀ ਰਹੇ ਤੇ ਲੱਗ, ਅੱਛਾ ਸੰਤ ਜੀ ਤੁਸੀਂ ਵੀ ਜੂਸ ਪੀ ਲੈਂਦੇ ਹੁੰਦੇ ਹੋ? ਵੀ ਸੰਤਾਂ ਦੇ ਮੂੰਹ 'ਚ ਮੂੰਹ ਖੋਰ ਥੋੜੀ ਹੋਇਆ ਵੀ ਉਹ ਪੀ ਨਾ ਸਕਣ। ਕਹਿਣ ਤੋਂ ਭਾਵ ਕਿ ਰੱਬ ਦੇ ਜਿਹੜੇ ਪਿਆਰੇ ਨੇ ਖਾਂਦੇ ਉਹ ਵੀ ਦੋ ਪ੍ਰਸ਼ਾਦੇ ਹੀ ਨੇ ਨਾ। ਇਹ ਨਹੀਂ ਕਿ ਉਹਨਾਂ ਦਾ ਭੋਜਨ ਜਿਹੜਾ ਪ੍ਰਸ਼ਾਦਿਆਂ ਦੀ ਥਾਂ ਤੇ ਕੁਝ ਹੋਰ ਹੋ ਜਾਂਦਾ। ਅਨ ਦਿਨ ਭੋਗ ਭੋਗ, ਕੱਪੜੇ ਵੀ ਪਹਿਨਦੇ ਆ, ਖਾਣਾ ਵੀ ਖਾਂਦੇ ਆ, ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਆ, ਪਰ ਉਹਨਾਂ ਵਿੱਚ ਇੱਕ ਨਵੇਕਲਾਪਨ ਕੀ ਹੈ ਕਿ ਉਹਨਾਂ ਦਾ ਹਿਰਦਾ ਹਮੇਸ਼ਾ ਸਤਿਗੁਰਾਂ ਦੇ ਸ਼ਬਦ ਦੇ ਵਿੱਚ ਜੁੜਿਆ ਰਹਿੰਦਾ। ਸਰੀਰ ਭਾਵੇਂ ਸੰਸਾਰ ਦੇ ਕਾਰਾਂ ਵਿਹਾਰਾਂ ਵਿੱਚ ਹੈ, ਪਰ ਸੁਰਤ ਸਤਿਗੁਰਾਂ ਦੇ ਸ਼ਬਦ ਵਿੱਚ ਲੱਗੀ ਹੋਈ ਹੈ, ਜਿਸ ਕਰਕੇ ਸੁਖ ਸੋਵੈ। ਸੁਖ ਸੋਵੈ ਦਾ ਮਤਲਬ ਹੁੰਦਾ ਵੀ ਆਨੰਦ 'ਚ ਰਹਿੰਦੇ ਆ, ਹਮੇਸ਼ਾ ਖੇੜੇ 'ਚ ਰਹਿੰਦੇ ਆ। ਉਹ ਕਹਿੰਦੇ ਨੇ ਵੀ ਮੈਂ ਤਾਂ ਹੁਣ ਸੁੱਖ ਨਾਲ ਸੋਵਾਂਗਾ। ਸੁਖ ਸੋਵੈ ਦਾ ਮਤਲਬ ਹੈ ਵੀ ਉਹਨਾਂ ਦੀ ਅੰਤਸ਼ਕਰਨ ਦੀ ਸੇਜਾ ਦੇ ਉੱਤੇ ਉਹ ਸਦਾ ਸੁਖੀ ਹੋ ਕੇ ਆਨੰਦ ਮਾਣਦੇ ਹਨ। ਵੱਡਾ ਭਾਗ ਗੁਰ ਪੂਰਾ ਪਾਈਐ, ਅਨ ਦਿਨ ਨਾਮ ਧਿਆਏ। ਵੱਡਿਆਂ ਭਾਗਾਂ ਵਾਲੇ ਪੂਰੇ ਗੁਰੂ ਨੂੰ ਪ੍ਰਾਪਤ ਕਰਦੇ ਹਨ। ਵੱਡਾ ਭਾਗ ਗੁਰ ਪੂਰਾ ਪਾਈਐ, ਵੱਡਿਆਂ ਭਾਗਾਂ ਵਾਲਿਆਂ ਨੂੰ ਪੂਰੇ ਗੁਰੂ ਦਾ ਮੇਲ ਪ੍ਰਾਪਤ ਹੁੰਦਾ ਹੈ। ਤੇ ਜਿਨ੍ਹਾਂ ਨੂੰ ਗੁਰੂ ਮਿਲਦਾ ਅਨ ਦਿਨ ਨਾਮ ਧਿਆਏ, ਰਾਤ ਦਿਨ ਵਾਹਿਗੁਰੂ 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 ਦੀ ਧੁਨ ਵਿੱਚ ਆਪਣੀ ਸੁਰਤ ਨੂੰ ਜੋੜਦੇ ਹਨ। ਸਹਿਜ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸਮਾਏ। ਸਹਿਜੇ ਹੀ ਉਹ ਸਹਿਜ ਵਿੱਚ ਜਾ ਮਿਲੇ ਨੇ, ਗਿਆਨ ਦੀ ਅਵਸਥਾ ਵਿੱਚ ਮਿਲ ਕੇ ਜਗਤ ਦੇ ਜੀਵਨ ਵਿੱਚ ਵਾਹਿਗੁਰੂ ਪਰਮੇਸ਼ਰ 'ਚ ਭੇਦ ਹੋ ਗਏ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਦੋਂ ਜਗਤ ਦੇ ਜੀਵਨ ਪਰਮੇਸ਼ਰ ਵਿੱਚ ਜਾ ਕੇ ਮਿਲੇ, ਉੱਥੇ ਜਾ ਕੇ ਫਿਰ ਉਹਨਾਂ ਦੀ ਸਮਾਈ ਸੁਨ ਵਿੱਚ ਹੋ ਗਈ। ਸੁਨ, ਇਹ ਸੁਨ ਕੀ ਹੈ? ਇਹ ਸੁਨ ਹੈ ਉਹ ਅਫੁਰ ਅਵਸਥਾ ਜਿੱਥੇ ਕੋਈ ਫੁਰਨਾ ਨਹੀਂ ਫੁਰਦਾ, ਜਿੱਥੇ ਕੋਈ ਸੰਕਲਪ ਵਿਕਲਪ, ਸੰਕਲਪੋ ਵਿਕਲਪੋ ਨਾਸਤੀ, ਜਿੱਥੇ ਸੰਕਲਪ ਔਰ ਵਿਕਲਪ ਦੋਵੇਂ ਹੀ ਨਾ ਹੋਣ, ਨਸ਼ਟ ਹੋ ਜਾਣ, ਉਹਨੂੰ ਕਹਿੰਦੇ ਨੇ ਸੁੰਨ, ਸ਼ੂਨਿਆ ਅਵਸਥਾ। ਉਸ ਸ਼ੂਨ ਦੀ ਅਵਸਥਾ ਦੇ ਵਿੱਚ ਕਿਸੇ ਸਮੇਂ ਭਾਰਤ ਖੰਡ ਵਿੱਚ ਬੁੱਧ ਧਰਮ ਬੜਾ ਫੈਲਿਆ।
ਉਹ ਜਿਹੜੀ ਨਿਰਵਾਣ ਪਦਵੀ ਤੱਕ ਉਹਨਾਂ ਦੀ ਗਮਤ ਹੈ। ਕਹਿੰਦੇ ਨਿਰਵਾਣ ਨੂੰ ਪ੍ਰਾਪਤ ਹੋਣ ਤੋਂ ਬਾਅਦ ਅੱਗੇ ਉਹ ਨਿਰਵਾਣ ਕਿਸ ਨੂੰ ਮੰਨਦੇ ਨੇ? ਜਿੱਥੇ ਕਹਿੰਦੇ ਬਿਲਕੁਲ ਸ਼ੂਨਿਆ ਹੋ ਜਾਏ। ਇਹ ਸਿਧਾਂਤ ਹੈ ਬੁੱਧ ਧਰਮ ਦਾ, ਸ਼ੂਨਿਆਵਾਦ। ਵਿਗਿਆਨ, क्षणिक ਵਿਗਿਆਨਵਾਦ, ਸ਼ੂਨਿਆਵਾਦ, ਏਦਾਂ ਉਹਨਾਂ ਦੇ ਸਿਧਾਂਤ ਨੇ। ਵਜਰਯਾਨ ਹੈ ਤੋ ਸ਼ੂਨਿਆਵਾਦ ਦੇ ਵਿੱਚ ਜਿੱਥੇ ਕੋਈ ਫੁਰਨਾ ਨਾ ਰਹੇ, ਸੰਕਲਪ ਵਿਕਲਪ ਨਾ ਰਹੇ, ਉਹਨੂੰ ਉਹ ਸੁੰਨ ਕਹਿੰਦੇ ਆ। ਉਸ ਤੋਂ ਪਰੇ ਕੁਝ ਨਹੀਂ ਮੰਨਦੇ। ਗੁਰਮਤਿ ਇਹ ਕਹਿੰਦੀ ਹੈ ਕਿ ਉਸ ਸੁੰਨਿਆਂ ਦੀ ਅਵਸਥਾ ਨੂੰ ਜਾਣਨ ਵਾਲਾ ਜਿਹੜਾ ਉਹਦਾ ਸਾਖੀ, ਉਹਨੂੰ ਪ੍ਰਕਾਸ਼ਣ ਵਾਲਾ, ਉਹਦਾ ਪ੍ਰਕਾਸ਼ਕ ਹੈ, ਉਹ ਹੈ ਨਿਰਵਾਣ ਪਦਵੀ। ਇੱਕ ਕਦਮ ਉਹਦੇ ਤੋਂ ਹੋਰ ਅੱਗੇ ਗਏ ਨੇ। ਤੇ ਇੱਥੇ ਸੁੰਨ ਸਮਾਏ ਦਾ ਮਤਲਬ ਹੈ ਅਫੁਰ ਅਵਸਥਾ ਵਿੱਚ ਜਾ ਕੇ ਸਮਾਈ ਹੋ ਗਈ, ਜਿੱਥੇ ਜਾ ਕੇ ਹੁਣ ਕੋਈ ਸੰਕਲਪ ਵਿਕਲਪ ਫੁਰਨਾ ਕਫੁਰਨਾ ਨਹੀਂ ਰਿਹਾ। ਸੰਗਤ ਸੰਤ ਮਿਲਾਏ। ਵਾਹਿਗੁਰੂ ਨੇ ਸਾਡੇ ਤੇ ਤਰਸ ਕੀਤਾ, ਸਾਨੂੰ ਸੰਤ ਜਨਾਂ ਦੀ ਸੰਗਤ ਵਿੱਚ ਮਿਲਾਇਆ ਹੈ। ਹਰ ਸਰ ਨਿਰਮਲ ਨਾਏ। ਜਿਹੜੀ ਸੰਤਾਂ ਦੀ ਸੰਗਤ ਹੈ, ਇਹ ਸਰੋਵਰ ਹੈ। ਇਸ ਸਰੋਵਰ ਦੇ ਵਿੱਚ ਅਸੀਂ ਨਹਾਤੇ ਆ, ਇਸ਼ਨਾਨ ਕੀਤਾ। ਕਿਵੇਂ ਕੀਤਾ? ਸੰਤਾਂ ਦੇ ਜਿਹੜੇ ਬਚਨ ਸੁਣੇ ਨੇ, ਇਹ ਇਸ਼ਨਾਨ ਹੈ ਇਸ ਸਰੋਵਰ ਦਾ। ਹਾਂਜੀ। ਨਿਰਮਲ ਜਲ ਨਾਏ, ਮੈਲ ਗਵਾਏ, ਭਏ ਪਵਿੱਤ ਸਰੀਰਾ। ਇਹ ਸਤਿਗੁਰਾਂ ਦੀ ਪਾਵਨ ਬਾਣੀ ਦਾ ਜਿਹੜਾ ਜਾਪ ਸੁਣਿਆ ਸਤ ਸੰਗਤ ਵਿੱਚ ਬਹਿ ਕੇ, ਇਹ ਨਿਰਮਲ ਜਲ ਚ ਨਹਾਉਣਾ। ਇਸ ਨਿਰਮਲ ਜਲ ਚ ਇਸ਼ਨਾਨ ਕੀਤਿਆਂ ਅਸੀਂ ਆਪਣੀ ਮੈਲ ਗਵਾਈ ਹੈ, ਔਰ ਸਾਡਾ ਇਹ ਸਰੀਰ ਤੇ ਹਿਰਦਾ ਪਵਿੱਤਰ ਹੋਏ ਹਨ। ਦੁਰਮਤ ਮੈਲ ਗਈ ਭ੍ਰਮ ਭਾਗਾ, ਹਉ ਮੈਂ ਬਿਨਠੇ ਪੀਰਾ। ਕੋਟੀ ਮਤ ਦੀ ਮੈਲ ਹਿਰਦੇ ਚੋਂ ਚਲੀ ਗਈ ਆ, ਭਰਮ ਭੱਜ ਗਿਆ, ਔਰ ਸਾਡੇ ਅੰਦਰ ਜਿਹੜੀ ਹਉਮੈ ਦੀ ਪੀੜਾ ਸੀ ਉਹ ਵੀ ਬਿਨਸ ਗਈ ਹੈ। ਨਦਰ ਪ੍ਰਭੂ ਸਤ ਸੰਗਤ ਪਾਏ, ਨਿਜ ਘਰ ਹੋਆ ਵਾਸਾ। ਮੇਰੇ ਪ੍ਰਭੂ ਨੇ ਸਾਡੇ ਤੇ ਨਦਰ ਕੀਤੀ ਹੈ, ਉਹਦੀ ਨਦਰ ਨਾਲ ਸਾਨੂੰ ਸਤ ਸੰਗਤ ਦੀ ਪ੍ਰਾਪਤੀ ਹੋਈ ਹੈ, ਜਿਸ ਕਰਕੇ ਅਸੀਂ ਨਿਜ ਘਰ ਵਿੱਚ ਆਪਣਾ ਵਾਸਾ ਕੀਤਾ, ਨਿਜ ਘਰ ਚ ਟਿਕਾ ਪ੍ਰਾਪਤ ਕੀਤਾ। ਹਰ ਮੰਗਲ ਰਸ ਰਸਨ ਰਸਾਏ, ਨਾਨਕ ਨਾਮ ਪਰਗਾਸਾ। ਹਰੀ ਦੇ ਮੰਗਲ ਗਾਏ ਨੇ, ਔਰ ਹਰੀ ਦੇ ਮੰਗਲ ਗਾ ਕੇ ਉਹਦੇ ਪਾਵਨ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਨਾਲ ਜਪ ਕੇ ਉਸ ਰਸ ਦੇ ਵਿੱਚ ਭਿੱਜ ਗਏ ਹਾਂ। ਰਸਨ ਰਸਾਏ, ਰਸ ਵਿੱਚ ਭਿੱਜ ਗਏ ਹਾਂ, ਤਦਾਕਾਰ ਹੋ ਗਏ ਹਾਂ, ਔਰ ਸਾਡੇ ਹਿਰਦੇ ਵਿੱਚ ਨਿਰੰਕਾਰ ਦੇ ਅੰਮ੍ਰਿਤ ਨਾਮ ਦਾ ਪ੍ਰਕਾਸ਼ ਹੋਇਆ ਹੈ। ਅੰਤਰ ਰਤਨ ਵਿਚਾਰੇ। ਹੁਣ ਅਸੀਂ ਆਪਣੇ ਅੰਦਰ ਉਸ ਨਾਮ ਰੂਪੀ ਰਤਨ ਦੀ ਵਿਚਾਰ ਕੀਤੀ ਹੈ, ਗਿਆਨ ਰੂਪੀ ਰਤਨ ਦੀ ਵਿਚਾਰ ਕੀਤੀ ਹੈ। ਗੁਰਮੁਖ ਨਾਮ ਪਿਆਰੇ। ਗੁਰੂ ਦੇ ਮੁਖ ਦੁਆਰਾ ਨਾਮ ਦੀ ਪ੍ਰਾਪਤੀ ਕੀਤੀ ਗੁਰਮੁਖਾਂ ਨੇ, ਔਰ ਉਸ ਨਾਮ ਦੇ ਨਾਲ ਹੀ ਗੁਰਮੁਖਾਂ ਦਾ ਪਿਆਰ ਹੈ। ਹਰ ਨਾਮ ਪਿਆਰੇ, ਸ਼ਬਦ ਨਿਸਤਾਰੇ, ਅਗਿਆਨ ਅਧੇਰ ਗਵਾਇਆ। ਹਰੀ ਦਾ ਨਾਮ ਪਿਆਰਾ ਹੈ, ਔਰ ਸਤਿਗੁਰਾਂ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਗੁਰਮੁਖਾਂ ਦਾ ਨਿਸਤਾਰਾ ਹੋਇਆ। ਗੁਰਮੁਖੇ ਸੰਸਾਰ ਤੋਂ ਤਰੇ ਨੇ, ਅਗਿਆਨ ਅੰਧੇਰ ਗਵਾਇਆ। ਗੁਰਮੁਖਾਂ ਦੇ ਹਿਰਦੇ ਵਿੱਚੋਂ ਗੁਰੂ ਨੇ ਤਰਸ ਕਰਕੇ ਅਗਿਆਨਤਾ ਦਾ ਅੰਧਕਾਰ, ਅਗਿਆਨਤਾ ਦਾ ਹਨੇਰਾ ਦੂਰ ਕਰ ਦਿੱਤਾ ਹੈ। ਗਿਆਨ ਪ੍ਰਚੰਡ ਬਲਿਆ ਕਟ ਚਾਨਣੋ, ਘਰ ਮੰਦਰ ਸੋਹਾਇਆ। ਪ੍ਰਚੰਡ ਗਿਆਨ ਹਿਰਦੇ 'ਚ ਬਲ ਗਿਆ। ਪ੍ਰਚੰਡ ਗਿਆਨ, ਪ੍ਰਚੰਡ ਦਾ ਮਤਲਬ ਐਸਾ ਤੇਜ ਹੈ ਉਸ ਗਿਆਨ ਦਾ, ਜਿਸ ਦੇ ਨਾਲ ਹਿਰਦੇ 'ਚ ਕਰੋੜਾਂ ਸੂਰਜਾਂ ਜੈਸਾ ਚਾਨਣਾ ਪ੍ਰਕਾਸ਼ ਹੋ ਗਿਆ। ਘਟ ਚਾਨਣ, ਇਸ ਹਿਰਦੇ ਰੂਪੀ ਘਰ 'ਚ ਇਹੋ ਜਿਹਾ ਚਾਨਣਾ ਹੋ ਗਿਆ, ਸਭ ਕੁਝ ਸੁੱਝ ਗਿਆ, ਸਭ ਕੁਝ ਪਤਾ ਲੱਗ ਗਿਆ, ਗਿਆਨ ਪ੍ਰਾਪਤ ਹੋ ਗਿਆ। ਘਰ ਮੰਦਰ ਸੁਹਾਇਆ,
ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਐਸਾ ਗਿਆਨ ਦਾ ਚਾਨਣਾ ਜਾਗਿਆ ਹੈ, ਉਹ ਹਿਰਦੇ ਰੂਪੀ ਘਰ ਤੇ ਮੰਦਰ ਸ਼ੋਭਨੀਕ ਹੁੰਦੇ ਹਨ। ਤਨ ਮਨ ਅਰਪ ਸਿੰਗਾਰ ਬਣਾਏ, ਹਰ ਪ੍ਰਭ ਸੱਚ ਪਾਇਆ। ਤਨ ਮਨ ਅਰਪ ਕੇ ਤਿਨਾਂ ਨੇ ਸੱਚਾ ਸ਼ਿੰਗਾਰ ਬਣਾਇਆ ਤੇ ਹਰੀ ਪ੍ਰਭੂ ਸੱਚੇ ਦੇ ਮਨ ਨੂੰ ਭਾ ਗਏ ਹਨ। ਜੋ ਪ੍ਰਭ ਕਹੈ ਸੋਈ ਪਰ ਕੀਜੈ, ਨਾਨਕ ਅੰਕ ਸਮਾਇਆ। ਜੋ ਪ੍ਰਭੂ ਕਹਿੰਦਾ ਹੈ, ਉਹ ਉਹੀ ਕੁਝ ਕਰਦੇ ਹੈ ਔਰ ਪਰਮੇਸ਼ਰ ਦੀ ਰਜ਼ਾ ਵਿੱਚ ਚਲਦਿਆਂ ਚਲਦਿਆਂ ਉਸੇ ਵਿੱਚ ਸਮਾ ਜਾਂਦੇ ਨੇ, ਉਸੇ ਵਿੱਚ ਹੀ ਅਭੇਦ ਹੋ ਜਾਂਦੇ ਹਨ। ਹਰ ਪ੍ਰਭ ਕਾਜ ਰਚਾਇਆ। ਹਰੀ ਪ੍ਰਭੂ ਨੇ ਕਾਰਜ ਰਚਾਇਆ ਹੈ। ਉਸ ਪ੍ਰਭੂ ਦੇ ਨਾਲ ਮਿਲਾਉਣ ਦਾ ਇਹ ਕਾਰਜ ਹਰੀ ਨੇ ਆਪ ਰਚਾਇਆ ਹੈ। ਗੁਰਮੁਖ ਵਿਆਹਣ ਆਇਆ। ਗੁਰੂ ਦੇ ਮੁਖ ਦੁਆਰਾ ਉਪਦੇਸ਼ ਦੇ ਕੇ, ਉਹ ਗੁਰੂ ਦੇ ਦੁਆਰਾ ਹਰੀ ਅਕਾਲ ਪੁਰਖ ਵਿਆਹੁਣ ਆਇਆ ਇਸ ਜੀਵ ਰੂਪੀ ਇਸਤਰੀ ਨੂੰ, ਯਾਨੀ ਕਿ ਆਪਣੇ ਵਿੱਚ ਭੇਦ ਕਰਨ ਆਇਆ ਗੁਰੂ ਦੁਆਰਾ। ਗੁਰੂ ਨੂੰ ਵਿੱਚ ਵਿਚੋਲਾ ਪਾਇਆ, ਜਿਹੜਾ ਇਸ ਜੀਵ ਇਸਤਰੀ ਦਾ ਵਿਆਹ ਉਸ ਪਤੀ ਪਰਮੇਸ਼ਰ ਨਾਲ ਕਰਾਉਂਦਾ, ਮੇਲ ਕਰਾਉਂਦਾ। ਗੁਰੂ ਦੇ ਦੁਆਰਾ ਉਹ ਹਰੀ ਪਰਮੇਸ਼ਰ ਇਸ ਜੀਵ ਰੂਪੀ ਇਸਤਰੀ ਨੂੰ ਪਰਨਾਉਣ ਆਇਆ, ਭਾਵ ਇਹਨੂੰ ਆਪਣੇ ਵਿੱਚ ਮਿਲਾਉਣ ਲਈ ਆਇਆ ਹੈ। ਵਿਆਹਣ ਆਇਆ ਗੁਰਮੁਖ ਹਰ ਪਾਇਆ, ਸਾਤਨ ਕੰਤ ਪਿਆਰੀ। ਹਰੀ ਪ੍ਰਭੂ ਪਰਮੇਸ਼ਰ ਆਪ ਵਿਆਹਣ ਆਇਆ ਤੇ ਗੁਰਮੁਖਾਂ ਨੇ ਜਿਹੜੇ ਗੁਰੂ ਵਾਲੇ ਸਨ, ਉਹਨਾਂ ਨੇ ਉਸ ਹਰੀ ਦੇ ਸਰੂਪ ਦੀ ਪ੍ਰਾਪਤੀ ਕੀਤੀ ਹੈ। ਉਹੀ ਜੀਵ ਰੂਪੀ ਇਸਤਰੀਆਂ ਉਸ ਪੰਥੀ ਪਰਮੇਸ਼ਰ ਨੂੰ ਕੰਤ ਨੂੰ ਪਿਆਰੀਆਂ ਹਨ। ਸੰਤ ਜਨਾ ਮਿਲ ਮੰਗਲ ਗਾਏ, ਹਰ ਜੀਉ ਆਪ ਸਵਾਰੇ। ਜਿਹੜੀਆਂ ਜੀਵ ਰੂਪੀ ਇਸਤਰੀਆਂ ਸੰਤ ਜਨਾਂ ਨਾਲ ਮਿਲ ਕੇ ਹਰੀ ਦੇ ਮੰਗਲ ਗਾਉਂਦੀਆਂ ਨੇ, ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਖੁਦ ਹਰੀ ਨੇ ਆਪ ਸਵਾਰਿਆ, ਉਹਨਾਂ ਨੂੰ ਆਪ ਸਵਾਰ ਕੇ ਆਪਣੇ ਚ ਭੇਦ ਕੀਤਾ। ਸੁਰ ਨਰ ਗਨ ਗੰਧਰਵ ਮਿਲ ਆਏ, ਅਪੂਰਬ ਜੰਜ ਬਣਾਏ। ਜਦੋਂ ਪ੍ਰਭੂ ਆਇਆ ਨਾ ਮਿਲਣ ਜੀਵ ਰੂਪੀ ਇਸਤਰੀ ਨੂੰ ਆਪਣੇ ਨਾਲ ਮੇਲਣ ਵਾਸਤੇ, ਅਭੇਦ ਕਰਨ ਲਈ, ਵਿਆਹੁਣ ਲਈ, ਤਾਂ ਉਸ ਪ੍ਰਭੂ ਦੇ ਨਾਲ ਬੜੇ ਬੜੇ ਦੇਵਤੇ, ਨਰ ਗਣ ਗੰਧਰਵ, ਬੜੇ ਬੜੇ ਰਿਸ਼ੀ ਮੁਨੀ ਤਪਸਵੀ ਜੰਜ ਦੇ ਰੂਪ ਚ ਆਏ, ਬੜੀ ਸੋਹਣੀ ਜੰਜ ਲੈ ਕੇ। ਇਹਦਾ ਕੀ ਮਤਲਬ ਹੈ ਕਿ ਜਿਨ੍ਹਾਂ ਨੂੰ ਪ੍ਰਮਾਤਮਾ ਆਪਣੇ ਵਿੱਚ ਅਭੇਦ ਕਰਦਾ ਹੈ, ਉਹਨਾਂ ਦੇ ਦਰਸ਼ਨਾਂ ਵਾਸਤੇ 33 ਕਰੋੜ ਦੇਵੀ ਦੇਵਤੇ ਵੀ ਲੋਚਦੇ ਆ ਤੇ ਉਹ ਦਰਸ਼ਨਾਂ ਵਾਸਤੇ ਹਾਜ਼ਰ ਹੁੰਦੇ ਆ। ਉਹਨਾਂ ਦੇ ਦਰਸ਼ਨਾਂ ਵਾਸਤੇ ਉਹ ਵੀ ਸਾਰੇ ਆ ਜਾਂਦੇ ਆ। ਸ਼ੁਭ ਗੁਣਾ ਰੂਪੀ ਜੰਝ ਆ ਪਹੁੰਚਦੀ ਹੈ। ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੈ ਨਾ ਜਾਏ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ, ਮੈਂ ਸੱਚੇ ਪ੍ਰਭੂ ਦੀ ਪ੍ਰਾਪਤੀ ਕਰ ਲਈ। ਐਸਾ ਸੱਚਾ ਪ੍ਰਭੂ ਜਿਹੜਾ ਨਾ ਕਦੇ ਮਰਦਾ ਨਾ ਜੰਮਦਾ ਹੈ, ਜੋ ਜਨਮ ਮਰਨ ਦੋਨਾਂ ਤੋਂ ਰਹਿਤ ਹੈ। ਐਸਾ ਪ੍ਰਭੂ ਜਿਸ ਦੀਆਂ ਬੇਅੰਤ ਸਿਫਤਾਂ ਹਨ, ਬੇਅੰਤ ਵਡਿਆਈਆਂ ਹਨ। ਵਡਿਆਈਆਂ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।